गुड मॉर्निंग बच्चों आज आपां ਉਹ ਵਾਲੇ ਟੈਸਟ ਪੇਪਰ ਦੀ ਸੋਲੂਸ਼ਨ ਦੀ ਡਿਸਕਸ਼ਨ ਕਰਾਂਗੇ ਜੋ 9th ਕਲਾਸ ਦਾ ਹੋਇਆ ਸੀ। ਠੀਕ ਹੈ ਬੇਟਾ, 9th ਕਲਾਸ ਦੇ ਪਿਆਰੇ ਬੱਚਿਓ ਤੁਸੀਂ ਇਹ ਸਾਰੀ ਡਿਸਕਸ਼ਨ ਧਿਆਨ ਨਾਲ ਸੁਣਨੀ ਹੈ। ਆਪਾਂ ਫਸਟ ਕੁਐਸਚਨ ਕਰਦੇ ਹਾਂ, x ਧੁਰੇ ਤੇ ਸਥਿਤ ਕਿਸੇ ਬਿੰਦੂ ਦਾ ਕੋਟੀ ਕਿੰਨਾ ਹੋਵੇਗਾ। ਬੇਟਾ ਪਹਿਲਾਂ ਆਪਾਂ x ਧੁਰਾ ਤੇ y ਧੁਰਾ ਬਣਾਉਂਦੇ ਆ। ਆਪਾਂ ਸਾਰਿਆਂ ਨੂੰ ਪਤਾ ਹੈ x ਧੁਰਾ ਲੇਟਵੀਂ ਰੇਖਾ, ਖੜਵੀਂ ਰੇਖਾ y ਧੁਰਾ ਤੇ ਆ ਮੂਲ ਬਿੰਦੂ। ਤੇ बेटा x ਧੁਰੇ ਦੇ ਉੱਪਰ ਕੋਈ ਵੀ ਜੋ ਬਿੰਦੂ ਹੁੰਦਾ ਹੈ ਉਹਦਾ ਨਿਰਦੇਸ਼ਾਂਕ y ਨਿਰਦੇਸ਼ਾਂਕ ਕਿੰਨਾ ਹੁੰਦਾ ਹੈ 0। y ਨਿਰਦੇਸ਼ਾਂਕ ਨੂੰ ਆਪਾਂ ਕੀ ਕਹਿੰਦੇ ਆ ਕੋਟੀ ਤੇ x ਨਿਰਦੇਸ਼ਾਂਕ ਨੂੰ ਆਪਾਂ ਕੀ ਕਹਿੰਦੇ ਆ ਭੁਜ। ਇਹਦਾ ਮਤਲਬ x ਧੁਰੇ ਦੇ ਉੱਪਰ ਸਥਿਤ ਕਿਸੇ ਵੀ ਬਿੰਦੂ ਦਾ ਕੋਟੀ 0 ਹੁੰਦਾ ਹੈ। ਠੀਕ ਹੈ ਬੱਚਿਓ, ਨੈਕਸਟ ਦੇਖੋ, ਹੇਠ ਦਿੱਤਿਆਂ ਵਿੱਚੋਂ ਕਿਹੜਾ ਬਹੁਪਦ ਦੀ ਇੱਕ ਸਿਫਰ ਹੈ। ਬਹੁਪਦ ਕਿਹੜਾ ਦੇ ਰੱਖੇ ਬੇਟਾ ਆਪਾਂ ਨੂੰ x 5 x minus 2। बेटा ये सिफर कढ़ने लिए आप की करांगे बराबर 0, x plus 5 बराबर 0, x minus 2 बराबर 0। इथों की आ गया x बराबर -5, इथों अपने को आ गया 0 plus 2 मतलब 2। ते इस ਲਈ सिफर की आया x बराबर -5 ते 2। अपने को -5 ऑप्शंस दे विच गिवन है, इस ਲਈ C ਇਹਦਾ सही जवाब है। नेक्स्ट देखो, चित्र में दिखाए कोण ए और कोण बी का आपसी संबंध की है। आ रहे बेटा कोण ए ते कोण बी, इस चित्र दे विच कोण ए ते कोण बी आ देखो बेटे इसे 90 डिग्री का कोण बन रहे हैं ना, है ना बेटा। ते आ एक सरल रेखा है ते इसका मतलब ए ते बी भी आपस में मिलके केड़ा कोण बनाएंगे 90 डिग्री का कोण बनाएंगे। इसलिए a plus b बराबर 90 डिग्री मतलब पूरा कोण। ਉਹ ਦੋ ਕੋਣਾਂ ਨੂੰ ਪੂਰਾ ਕੋਣ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਜੋੜ 90 ਡਿਗਰੀ ਹੁੰਦਾ ਹੈ। ਨੈਕਸਟ ਦੇਖੋ ਬੱਚਿਓ, ਇਹਨਾਂ ਵਿੱਚੋਂ ਕਿਹੜੀਆਂ ਇੱਕ ਸਮਕੋਣ ਤ੍ਰਿਕੋਣ ਦੀਆਂ ਭੁਜਾਵਾਂ ਹਨ। ਬੇਟਾ ਸਮਕੋਣੀ ਤ੍ਰਿਕੋਣ ਕੀ ਹੁੰਦਾ ਹੈ? ਉਹ ਤ੍ਰਿਕੋਣ ਜਿਹਦੇ ਵਿੱਚ ਇੱਕ ਕੋਣ 90 ਡਿਗਰੀ ਦਾ ਹੋ। ਤੇ ਸਮਕੋਣੀ ਤ੍ਰਿਕੋਣ ਪਤਾ ਕਰਨ ਲਈ ਆਪਾਂ ਕੀ ਕਰਦੇ ਹਾਂ ਬੇਟਾ, ਪਾਇਥਾਗੋਰਸ ਥਿਊਰਮ ਚੈੱਕ ਕਰਦੇ ਹਾਂ। ਉਹਦਾ ਕੀ ਰਿਜ਼ਲਟ ਹੈ ਕਿ ਕਰਨ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਇੱਥੇ ਆਪਾਂ ਕੀ ਕਰਾਂਗੇ ਬੇਟਾ, ਸਭ ਤੋਂ ਵੱਡੀ ਭੁਜਾ ਦਾ ਵਰਗ ਬਾਕੀ ਜਿਹੜੀਆਂ ਦੋ ਛੋਟੀਆਂ ਰਹਿ ਗਈਆਂ ਉਹਨਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਚੈੱਕ ਕਰਾਂਗੇ ਹੈ ਜਾਂ ਨਹੀਂ। ਠੀਕ ਹੈ, ਆਪਾਂ ਕਰਦੇ ਹਾਂ। ਹੁਣ ਆਪਾਂ ਇੱਥੇ 8 ਦਾ 4 ਦਾ ਵਰਗ ਦੇਖਿਆ 16, ਫਿਰ 4 ਦਾ 16, 8 ਦਾ 64। ਠੀਕ ਹੈ, 16 ਤੇ 16 ਕੀਤਾ 32, ਨਹੀਂ ਬਣ ਰਿਹਾ ਬੇਟਾ ਇਹਦੇ ਬਰਾबर। ਇਹਦਾ मतलब ਇਹ ਸਮਕੋਣੀ ਤ੍ਰਿਕੋਣ ਦੀਆਂ ਭੁਜਾਵਾਂ ਨਹੀਂ ਹੈ। ਨੈਕਸਟ ਦੇਖੋ, 2 ਦਾ ਵਰਗ 4, 3 ਦਾ ਵਰਗ 9, 4 ਦਾ ਵਰਗ 16। ਹੁਣ ਵੀ ਬੇਟਾ ਬਰਾबर नहीं बन रहा क्योंकि ਇਹਨਾਂ ਦੋਨਾਂ ਦਾ ਜੋੜ 13 ਹੈ ਤੇ ਆ 16 ਹੈ, ਇਸ ਲਈ ਇਹ ਵੀ ਸਮਕੋਣੀ ਤ੍ਰਿਕੋਣ ਦੀਆਂ ਭੁਜਾਵਾਂ ਨਹੀਂ ਹੈ। ਅੱਗੇ ਦੇਖਦੇ ਹਾਂ, ਵਰਗਮੂਲ 13 ਦਾ ਵਰਗ ਕਿੰਨਾ ਆਉਂਦਾ ਬੇਟਾ। ਇਹਦਾ मतलब ਆਪਾਂ ਵਰਗਮੂਲ 13 ਨੂੰ ਦੋ ਵਾਰ ਲਿਖਾਂਗੇ ਨਾ, ਤੇ ਵਰਗਮੂਲ 13 ਗੁਣਾ 13, ਇੱਕ 13 ਬਾਹਰ ਆ ਗਿਆ ਨਾ, ਤੇ ਬਾਕੀ ਦੋ ਭੁਜਾਵਾਂ 3 ਦਾ ਵਰਗ ਤੇ 2 ਦੇ ਵਰਗ ਦਾ ਜੋੜ 3 ਕੇ 9 ਤੇ 4 ਕਿੰਨਾ ਬਣਿਆ 13। दोनों बराबर है बच्चों, बिल्कुल बराबर है। इसलिए ये यदि समकोणी त्रिकोण की भुजा हो सकती है, समकोणी त्रिकोण की भुजा है बेटा। नेक्स्ट चेक करते हैं, एक बार नेक्स्ट भी चेक कर लेने हैं। ठीक है, ਇਹਦੇ ਵਿੱਚ ਆਪਾਂ ਇੱਕ ਭੁਜਾ ਲਈ ਵਰਗਮੂਲ 5 ਹੈਗੀ ਹੈ ਨਾ, ਉਹਦਾ ਆਪਾਂ ਸਕੁਅਰ ਰੂਟ ਦਾ ਸਕੁਅਰ ਕੀਤਾ ਤੇ ਕਿੰਨਾ ਆਇਆ अपने को एक भुजा वर्गमूल 5, ਉਹਦਾ ਆਪਾਂ ਸਕੁਅਰ ਕੀਤਾ ਤੇ ਕਿੰਨਾ ਆਇਆ 5। ਅਗਲੀਆਂ ਦੋ ਭੁਜਾਵਾਂ 3 ਦਾ ਸਕੁਅਰ ਕੀਤਾ 9 ਤੇ 2 ਦਾ ਸਕੁਅਰ ਕੀਤਾ ਆਪਣੇ ਕੋਲ ਆ ਗਿਆ 4। ਆ ਦੇਖੋ ਬੇਟਾ ਇਹਨਾਂ ਦੋਨਾਂ ਦਾ ਜੋੜ 9 ਹੈ, ਇਹਦਾ ਜੋੜ ਵੀ ਆ ਵੀ 9 ਹੈ, ਇਹਨਾਂ ਦੋਨਾਂ ਦਾ ਜੋੜ ਵੀ 9 है। ठीक है, आ देखो बेटा वर्गमूल 5 ਦਾ ਸਕੁਅਰ ਕੀਤਾ 5, 3 ਦਾ ਸਕੁਅਰ ਕੀਤਾ 9, 2 ਦਾ ਸਕੁਅਰ ਕੀਤਾ 4। ਇਹਨਾਂ ਦੋਨਾਂ ਦਾ ਜੋੜ 9 ਤੇ ਤੀਸਰੀ ਭੁਜਾ ਦਾ ਵਰਗ ਵੀ 9, ये दोनों बराबर हो गया है ना। ਇਹਦਾ मतलब बेटा ये भी समकोणी त्रिकोण है। इस क्वेश्चन ਦੇ ਆਪਣੇ ਕੋਲ ਦੋ ਆਨਸਰਸ ਹੈ बेटा, आ भी ठीक है ਤੇ आ भी ठीक है। ठीक है, ਇਹ ਦੋ ਆਨਸਰਸ ਨੇ ਕਿ ਆ ਵੀ ਸਮਕੋਣੀ त्रिकोण ਦੀਆਂ ਭੁਜਾਵਾਂ ਨੇ ਤੇ ਆ ਵੀ ਕਿਸੇ ਸਮਕੋਣੀ त्रिकोण ਦੀਆਂ ਭੁਜਾਵਾਂ ਨੇ। ठीक है, ਜਦੋਂ ਕਿਸੇ ਵੱਡੀ ਭੁਜਾ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੋ ਜੇ ਤੇ ਆਪਾਂ ਕਹਿੰਦੇ ਆ ਤ੍ਰਿਭੁਜਾ ਕੀ ਨੇ समकोणी त्रिकोण। ठीक है, त्रिभुजा की ने समकोणी त्रिभुजा। ओके बेटा, चलो इस तो बाद बेटा आप आगे क्वेश्चंस करते हैं।
बेटा अपना नेक्स्ट क्वेश्चन है, दिते त्रिभुज ਦੀਆਂ ਭੁਜਾਵਾਂ ਲਈ सही विकल्प चुनो। बेटा देखो आ कौन है, आ कौन के सामने भुजा है, भुजा की लंबाई डी। आ 65 डिग्री कौन है, ये सामने वाली भुजा की लंबाई पी। आ 45 डिग्री कौन है, ये सामने वाली भुजा की लंबाई ए। बेटा आपा किता भी होया है कि जे किसी त्रिभुज की जो भुजा वड्डी हुंदी है उहदे सामने वाला कोण वड्डा हुंदा है। इस तरह जे किसी त्रिभुज का कोई कोण वड्डा है तो उहदे सामने वाली भुजा वड्डी हुंदी है। कोई कोण वड्डा है तो बेटा सामने वाली भुजा वड्डी होएगी, जे भुजा वड्डी है तो सामने वाला कोण वड्डा होएगा। ठीक है। इस तरह जे किसी त्रिभुज की कोई भुजा छोटी है तो उहदे सामने वाला कोण छोटा होएगा, जे कोई कोण छोटा है तो उहदे सामने वाली भुजा छोटी होएगी। ठीक है बेटा, सामने वाली कोण छोटा है तो उहदे सामने वाली भुजा छोटी, कोण वड्डा है तो सामने वाली भुजा वड्डी। आ देखो हुण अपने कोल 45 डिग्री सब तो छोटा कोण है, तो यह मतलब ये सामने वाली भुजा सब तो छोटी होएगी, ये भुजा सब तो छोटी होएगी। ठीक है। फिर उस तो बाद 65 डिग्री कौन छोटा है ना, सब तो छोटा 45, फिर 65 के सामने वाली भुजा पी, यदा मतलब ए तो वड्डा होएगा पी, ते पी तो भी वड्डा होएगा डी, क्योंकि डी 70 डिग्री के सामने वाली भुजा की लंबाई है। ठीक है। ए सब तो छोटा, पी उस तो वड्डा ते डी उस तो वड्डा, इसलिए अपना बी ऑप्शन बिल्कुल सही है, ए लैस दैन पी लैस दैन डी। ठीक है बच्चों, नैक्सट चलते हैं। मोहन प्रीत और हरमन 100 मीटर दौड़ में भाग लै रहे हैं। दौड़ जितने की संभावना दे रखी है उन्होंने अलग अलग, मोहन की 0.3, प्रीत की 1/2 तो हरमन की 20%। इन्हों किस दे दौड़ में जितन की संभावना सब तो वध है। देखो बेटा पी की है, मोहन ओदी कितनी है 0.3, प्रीत की कितनी लिखी रखी है बेटा 1/2, इनू दशमलव दे विच लियाओ, 1 नूं 2 नाल भाग कर लो, कितना आ गया 0.5। ठीक है। फिर इस तो बाद है हरमन दी, हरमन दी कितनी है 20%, इनू बटिया च लियाओ, बटिया तो बाद इनू दशमलव विच लियाओ, तो 2 0 है, 2 0 हट के ऊपर कित्थे आया दशमलव, आ सीगा। इत्थे अपने को 0.3 है, इत्थे 0.5 है, इत्थे 0.2 है। बेटा 0 मैटर नहीं करता, 0 तो आप इत्थे भी ला सकते हैं। ठीक है। लास्ट थां ते जिहड़ियां जीरोस हुंदियां वो मैटर नहीं करता, हाँ बस उस तो बाद कोई होर नॉन जीरो अंक नहीं होना चाहिए। ठीक है। तो इसलिए इत्थे सब तो छोटा किहड़ा हो गया बेटा आ, ते सब तो वड्डा आ वाला। प्रीत की जितने की संभावना सब तो वध है, इसलिए बी ऑप्शन अपना सही जवाब है। नैक्सट सुनो, त्रिभुज के खेत्रफल लई हीरो सूत्र विच एस की है। हीरो सूत्र की हुंदा बेटा, ਉਹਦੇ ਵਿੱਚ ਪਹਿਲਾਂ ਆਪਾਂ एस ਕੱਢਦੇ ਆ ना, एस की ਹੁੰਦਾ है a + b + c / 2। ठीक है। परिमाप की हुंदा बेटा भुजावां दा जोड़, है ना, ते किसी त्रिभुज की भुजावां कितनियां दे रखियां ने a b c, ते ਇਹਦਾ मतलब परिमाप की हो गया a + b + c। ठीक है। ठीक है। ते अपने कोल /2 है, ਇਹਦਾ मतलब एस की हो गया परिमाप दा /2, परिमाप दा /2 मतलब आज परिमाप। एक ही हो गया बेटा बी ऑप्शन ਇਹਦਾ सही है कि त्रिभुज के क्षेत्रफल ਲਈ ਜਿਹੜਾ ਆਪਾਂ ਹੀਰੋ सूत्र यूज करते हैं ਉਹਦੇ ਲਈ एस की ਹੁੰਦਾ है त्रिभुज ਦਾ अर्ध परिमाप। नैक्सट चलते हैं बेटा, ਆਪਾਂ कोण 4 दसना है ਇਹਦੇ ਵਿੱਚ कि कोण 4 कितना होगा, एंगल 4 कितना होगा, कोण 1 + कोण 3, कोण 2 + कोण 3, कोण 1 + कोण 2, ਜਾਂ ਇਹਨਾਂ ਤਿੰਨਾਂ ਕੋਣਾਂ ਦਾ ਜੋੜ। ਆਪਾਂ ਇਹ ਕੀਤਾ ਹੋਇਆ बेटा त्रिभुज के बाहरी कोण, किसी त्रिभुज का बाहरी कोण अंदरले सन्मुख कोणों के जोड़ के बराबर हुंदा है। त्रिभुज का बाहरी कोण अंदरले अंदर होने चाहिए है, तो सन्मुख आ हो गए बेटा सन्मुख, अंदरले सन्मुख कोणों के जोड़ के बराबर हुंदा है। त्रिभुज का बाहरी कोण अंदरले सन्मुख कोणों के जोड़ के बराबर हुंदा है, इसलिए 4 किहदे बराबर होएगा 1 + 2 दे। सी ऑप्शन बिल्कुल ठीक जवाब है। ठीक है बेटा, हुण आपां अगे करदे हां बच्चों। अपना नैक्सट क्वेश्चन है, परिमेय संख्यावां नूं p/q रूप में लिखा जा सकता है जिथे p ਅਤੇ q संपूर्ण संख्यावां ਹਨ ਅਤੇ q बराबर 0, p ਅਤੇ q वास्तविक संख्यावां ਹਨ ਅਤੇ q not बराबर 0, p ਅਤੇ q संपूर्ण संख्यावां ਹਨ ਅਤੇ q
0 ਦੇ ਬਰਾਬਰ ਨਹੀਂ ਹੈ। p ਅਤੇ q ਆਪਰਿਮੇय ਸੰਖਿਆਵਾਂ ਹਨ ਅਤੇ q 0 ਦੇ ਬਰਾਬਰ ਨਹੀਂ ਹੈ। ਬੇਟਾ ਪਰਿਮੇय ਸੰਖਿਆਵਾਂ ਦੀ ਡੈਫੀਨੇਸ਼ਨ ਕੀ ਹੁੰਦੀ ਹੈ? p ਬਟਾ q where q belongs to integers। q ਕੀ ਹੋਣਾ ਚਾਹੀਦਾ ਹੈ? p and q ਕੀ ਹੁੰਦੇ ਨੇ ਬੇਟਾ? ਸੰਪੂਰਨ ਸੰਖਿਆਵਾਂ। p ਅਤੇ q ਕੀ ਹੁੰਦੇ ਨੇ? ਸੰਪੂਰਨ ਸੰਖਿਆਵਾਂ ਤੇ q not equals to 0। q 0 ਦੇ ਬਰਾਬਰ ਨਹੀਂ ਹੁੰਦਾ, ਇਸ ਲਈ ਇਸ ਦਾ C ਆਪਸ਼ਨ ਠੀਕ ਹੈ। p q ਸੰਪੂਰਨ ਸੰਖਿਆਵਾਂ ਹਨ ਅਤੇ q 0 ਦੇ ਬਰਾਬਰ ਨਹੀਂ ਹੈ। ਨੈਕਸਟ ਕੁਐਸਚਨ, ਉਸ ਸਮਕੋਣ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ 24 ਸੈਂਟੀਮੀਟਰ ਤੇ 7 ਸੈਂਟੀਮੀਟਰ ਹਨ। ਉਸ ਦਾ ਪਰਿਮਾਪ 56 ਸੈਂਟੀਮੀਟਰ ਹੈ। ਬੇਟਾ ਦੇਖੋ, ਆਪਾਂ ਨੂੰ ਸਮਕੋਣ ਤ੍ਰਿਭੁਜ ਦੇ ਖੇਤਰਫਲ ਲਈ ਆਪਾਂ ਫਾਰਮੂਲਾ ਲਾ ਲਾਂਗੇ 1/2 ਆਧਾਰ ਗੁਣਾ ਲੰਬ। ਸਮਕੋਣ ਤ੍ਰਿਭੁਜ ਹੈ ਬੇਟਾ, ਉੱਥੇ ਲੰਬ ਬਣੂਗਾ ਤੇ ਆਪਾਂ ਫਾਰਮੂਲਾ ਲਾ ਲਾਂਗੇ 1/2 ਆਧਾਰ ਗੁਣਾ ਲੰਬ। पर बेटा ਆਪਾਂ ਨੂੰ ਇਹ ਨਹੀਂ ਪਤਾ ਹੁਣ 24 ਤੇ 7 ਇਹ ਆਧਾਰ ਲੰਬ ਹੈ ਜਾਂ ਨਹੀਂ ਹੈ। तीसरी भुजा भी तो हो सकती है ना, है ना बेटा, करण भी तो हो सकता है ना। ਆਪਾਂ ਕੀ ਕਰਾਂਗੇ? ਆਪਾਂ तीसरी भुजा ਪਹਿਲਾਂ ਪਤਾ ਕਰਦੇ ਹਾਂ। ਆਪਾਂ ਨੂੰ ਦੇ ਰੱਖਿਆ ਹੈ परिमाप। ਕੀ ਦੇ ਰੱਖਿਆ बेटा? परिमाप। परिमाप ਕਿੰਨਾ ਦੇ ਰੱਖਿਆ ਹੈ? 56। ठीक है, ਤੇ ਦੋ ਭੁਜਾਵਾਂ 24 ਤੇ 7। तीसरी भुजा मान लो x। 24 ਤੇ 7 ਕਿੰਨਾ ਆਇਆ बेटा? 31 प्लस x। 56 ਵਿੱਚੋਂ 31 ਮਾਈਨਸ ਹੋ ਗਏ बेटा, कितना है? 56 से 31 माइनस होके 25। ठीक है, ਇਹਦਾ मतलब तीसरी भुजा कितनी आ गई? 25। तीसरी भुजा ਦੀ ਲੰਬਾਈ ਬਾਕੀ ਦੋ ਭੁਜਾਵਾਂ ਤੋਂ ਵੱਡੀ ਹੈ। ਇਹਦਾ मतलब 25 ਕरण ਹੈ ਤੇ ਬਾਕੀ ਦੋ ਭੁਜਾਵਾਂ ਆਧਾਰ ਤੇ ਲੰਬ ਹੈ। ਇੱਕ ਆਧਾਰ ਹੈ ਤੇ ਇੱਕ ਲੰਬ ਹੈ ਇਹਨਾਂ ਚੋਂ। ਇਸ ਕਰਕੇ ਆਪਾਂ ਫਾਰਮੂਲਾ ਲਾਵਾਂਗੇ 1/2 ਆਧਾਰ ਦੀ ਥਾਂ ਤੇ ਆਪਾਂ 24 ਮੰਨ ਲੈਣੇ ਆ, ਚਾਹੇ 7 ਲੈ ਲਓ, ਤੇ ਲੰਬ ਆਪਾਂ ਲੈ ਲੈਣੇ ਆ 7। ਇਹਨੂੰ ਕੱਟਤਾ बेटा, ਕਿੰਨਾ ਆ ਗਿਆ? 12 7 84। ਤੇ ਆਪਾਂ ਨੂੰ ਸੈਂਟੀਮੀਟਰ ਦੇ ਵਿੱਚ ਦੇ ਰੱਖਿਆ ਸੀ, ਇਸ ਲਈ ਸੈਂਟੀਮੀਟਰ ਦੀ ਘਾਤ ਤੋਂ ਇਹਦਾ ਖੇਤਰਫਲ ਹੈ। ਠੀਕ ਹੈ बेटा, ਇਸ ਲਈ ਆਪਣਾ डी ਆਪਸ਼ਨ ਬਿਲਕੁਲ ਸਹੀ ਹੈ। ਓਕੇ ਬੱਚਿਓ, ਨੈਕਸਟ ਚੱਲਦੇ ਆ। ਰਾਮ ਅਤੇ ਸ਼ਾਮ ਮੈਚ ਤੋਂ ਪਹਿਲਾਂ ਟਾਸ ਲਈ ਇੱਕ ਸਿੱਕਾ ਉਛਾਲਦੇ ਹਨ। ਰਾਮ ਦੇ ਟਾਸ ਜਿੱਤਣ ਦੀ ਸੰਭਾਵਨਾ ਕੀ ਹੈ? बेटा राम जे टॉस जीतदा है, राम कुछ भी मान लेना, मान लो बेटा राम ने मान लिया हैड लेना है। ठीक है, सिक्का उछालांगे ते ओदे ऊपर कुल परिणाम किन्ने होणगे? 2। केड़े-केड़े? हैड ते टेल। इसलिए नीचे कितना आ जाऊगा? 2, है ना। नीचे कितना आ गया बेटा? 2, क्योंकि कुल परिणाम आंदे ने ना नीचे, ते ऊपर की है बेटा? अनुकूल परिणाम। हुण ओने की मन्निया होया सीगा? टेल मन्निया होया सी, ते टेल किन्ने हो सकदे ओदे ऊपर? 1। एक ही हुंदे अनुकूल परिणाम 1। ठीक है बेटा, मान लो राम ने मन्निया सीगा कि टेल आण ते वो जितूगा, कि टेल आऊगा। ठीक है, ते इस करके बेटा कुल परिणाम जदों सिक्का उछालिया, सिक्के दे ऊपर दो ही चीजां हुंदियां, हैड जां टेल। कुल परिणाम हो गए 2। हुण क्योंकि उन्हें टेल मन्निया सी, है ना, ते टेल कितनी बार हुंदा सिक्के दे ऊपर? 1 बार। इस करके अपनी प्रोबेबिलिटी मतलब संभावना की बन गई 1/2। ओदे जितने की संभावना 1/2, बी आंसर। ठीक है बच्चों, नेक्स्ट चलते हैं। केड़ा त्रिभुज दी सर्वंग समता दा नियम नहीं है? इन्हां विचों केड़ा नियम नहीं है? बेटा एसएस भी हुंदा है, भुजा कोण भुजा हुंदा है ना, एएसए कोण भुजा कोण ये भी हुंदा है, एसएसएस भुजा 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 ये भी हुंदा है। रह गया एएए कोण कोण कोण, ये सर्वंग समता दा नियम नहीं हुंदा, ये समरूपता दा नियम हुंदा है। इसलिए ਇਹਦਾ डी ऑप्शन बिल्कुल सही जवाब है। ठीक है बेटा, नेक्स्ट चलते हैं। एक त्रिभुज आकार दे भूखंड ਦੀਆਂ ਭੁਜਾਵਾਂ ਦਾ ਅਨੁਪਾਤ 3:5:7 ਹੈ। ਇਸ ਦਾ ਪਰਿਮਾਪ 300 ਮੀਟਰ ਹੈ। ਭੂਖੰਡ ਦਾ ਖੇਤਰਫਲ ਕਿੰਨਾ ਹੋਏਗਾ? ਬੇਟਾ ਇਹਨੂੰ ਆਪਾਂ ਸੋਲਵ ਕਰਦੇ ਹਾਂ। ਭੁਜਾਵਾਂ ਦਾ ਅਨੁਪਾਤ ਕਿੰਨਾ ਦੇ ਰੱਖਿਆ? 3:5:7। ਮੰਨ ਲਓ ਭੁਜਾਵਾਂ ਕਿੰਨੀਆਂ ਨੇ? ਕਿਹੜੀਆਂ-ਕਿਹੜੀਆਂ? ਤਿੰਨੋਂ ਭੁਜਾਵਾਂ 3x 5x ਤੇ 7x। ठीक है बेटा, इन्हां दी लंबाई आपां इन्हां मान ली ते इन्हां दा परिमाप कितना दे रखे है? 300। इस करके तिन्हां दा जोड़ करांगे 300 आएगा। इन्हां दा जोड़ कितना 15x बराबर 300। x कितना आ गया बेटा? 300/15 कट के कितना आ गया? 20। इसलिए भुजावां की मननी सी आपां 3x मननी सी, 3 गुणा 20 होगी।
होर की सी 5x 5 गुणा 20 हो गई, होर की सी 7x 7 गुणा 20 हो गई। देखो आ बन गया भुजावां। हुण इस तो बाद आपां खेत्रफल पता करांगे। खेत्रफल त्रिभुज दा खेत्रफल की फॉर्मूला हुंदा है s s माइनस a s माइनस b s माइनस c। हुण बेटा s कितना होएगा, परिमाप दे रखिया सी आपां नूं 300 ते अर्ध परिमाप s की हुंदा है अर्ध परिमाप हुणे कीता सी आपां ते कितना हो गया 150। s दी थां ते 150 a दी थां ते 60 ठीक है, फिर 150 b दी थां ते 100 फिर 150 ते a दी थां ते 140। 150 150 तो 60 गए 90 150 तो 100 गए 50 ते 150 तो 140 गए 10। ठीक है बेटा, हुण बेटा आपां इन्हां दे गुणनखंड बनावांगे 150 दे। 150 दे गुणनखंड बेटा पहला 2 ते जाऊगा है ना। ठीक है बेटा 2 3 5 गुणा 5। 90 दे गुणनखंड 90 दे भी बना लेने आ। 2 ते गया 45 ठीक है बेटा, फिर 3 ते गया, फिर 3 दे पहाड़े ते 2 3 3 5 50 दे बेटा 2 5 5 10 दे 2 गुणा 5। हुण देखो बेटा आ 2 5 विचों एक 5 बाहर आ जाऊगा, आ 2 2 विचों एक 2 बाहर आ जाऊगा ठीक है। हुण ये 3 विचों एक 3 बाहर आ जाऊगा ओके बेटा। आ 2 5 विचों एक 5 बाहर आ जाऊगा ठीक है। आ 2 विचों एक 2 बाहर आ जाऊगा, आ 5 विचों एक 5 बाहर आ जाऊगा, आ कल्ला 3 रह गया अंदर ठीक है। कितना बन गया बेटा 2 5 10 10 दिया 30 30 5 150 150 ਨੂੰ 10 ਨਾਲ ਗੁਣਾ ਕੀਤੀ 1500 1500 वर्गमूल 3 सेंटीमीटर की घात 2। आंसर की आया बेटा भूखंड का क्षेत्रफल कितना आया 1500 वर्गमूल 3 सेंटीमीटर की घात 2। ठीक है बच्चों, तुसी इस तरीके नाल इनू सॉल्व करना है ओके। बच्चों अपना नेक्स्ट क्वेश्चन है ਜਦੋਂ 1/2 वर्गमूल 5 ਦੇ ਹਰ ਦਾ ਪਰਮੇਈਕਰਨ ਕੀਤਾ ਜਾਂਦਾ ਹੈ ਤਾਂ वर्गमूल r/10 ਬਣ ਜਾਂਦਾ ਹੈ। r ਦਾ मूल पता करो। ठीक है बेटा, r ਜਾਂ k बेटा कुछ भी लिखा होएगा ਇੱਕੋ ਹੀ ਗੱਲ है। ਆਪਾਂ ਜੇ k ਲਿਖੇ k ਦਾ मूल पता करना है, r लिखे r ਦਾ मूल पता करना है। देखो संख्या केड़ी अपने कोल 1/2 वर्गमूल 5 ਪਰਮੇਈਕਰਨ ਲਈ ਆਪਾਂ ਕੀ ਕਰਾਂਗੇ ऊपर भी वर्गमूल 5 नाल गुणा ते नीचे भी। ठीक है बेटा, एक नु वर्गमूल 5 नाल कीती वर्गमूल 5 नीचे देखो वर्गमूल 5 कितनी बार हो गया 2 बार है ना। जब 2 बार हो गया ते एदा मतलब एक बार 5 की हो जाऊगा बाहर आ जाऊगा। कितना बन गया वर्गमूल 5/10। हुण जे आपां इनू इहदे नाल कंपेयर करिए 10 दी थां ते तां 10 हो गया ना, r कितना बनया 5, इसलिए सी एदा सही जवाब है। नेक्स्ट देखो AB समांतर है CD दे ते x दा मूल पता करो। AB CD दे समांतर है बेटा ठीक है, ते आ केड़े कोण बने x ते 130 डिग्री संगत कोण। जदों AB CD दे समांतर है तां संगत कोण की हुंदे ने बराबर। ठीक है बेटा, इसलिए x भी कितना बन जाऊगा 130 डिग्री। नेक्स्ट देखो बेटा x दा मूल पता करो। अपन को SR भुजा दे रखी है 5 ते PQ भुजा दे रखी है 5। ठीक है बेटा, इस तरह आ दे रखी है 7.2 ते आ भी दे रखी है 7.2। हुण बेटा आपां की करांगे इन्हां दोनों कोणां दा जोड़ कितना होना चाहिए 180 115 दा ते 32 प्लस x दा। ठीक है 115 ते 32 प्लस x इन्हां दा जोड़ कितना होना चाहिए 180। 115 ਤੇ 32 किन्ने बन गए 147 बराबर 180 ते x कितना आ गया 180 माइनस 147 माइनस करके कितना आया 33 डिग्री, इसलिए सी एदा सही जवाब है। ठीक है बच्चों, नेक्स्ट करते हैं AB ਅਤੇ CD ਉਹ ਬਿੰਦੂ ਤੇ ਕੱਟਦੇ ਹਨ। AB ਤੇ CD ਉਹ ਬਿੰਦੂ ਤੇ ਕੱਟਦੀਆਂ ਹਨ।
ਤੇ ਜੇਕਰ AOC ਤੇ BOE ਇਹਨਾਂ ਦੋਨਾਂ ਕੋਣਾਂ ਦਾ ਜੋੜ ਕਿੰਨਾ ਹੈ 70 ਡਿਗਰੀ ਤੇ ਕੋਣ BOD ਕਿੰਨਾ ਹੈ 40 डिग्री। तो COE पता करो। आपा आ वाला कोण पता करना है। ठीक है बेटा, आपा आ वाला कोण पता करना है। बेटा देखो आ की है, देखिए बेटा आ की है सरल रेखा है ना, स्ट्रेट लाइन है बिल्कुल। ते ਇਹਦੇ ਉੱਪਰ ਜਿੰਨੇ ਵੀ ਕੋਣ ਬਣਨਗੇ ਉਹਨਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ ਹੈ 180 ਕਿਉਂਕਿ ਸਰਲ ਕੋਣ ਹੋਊਗਾ। ਤੇ ਇਹਨਾਂ ਦੋਨਾਂ ਦਾ ਜੋੜ ਕਿੰਨਾ ਦੇ ਰੱਖਿਆ ਹੈ 70 ਤੇ ਪੂਰੇ ਦਾ 180। ਇਹਦਾ ਮਤਲਬ 180 ਵਿੱਚੋਂ ਆਪਾਂ 70 ਘਟਾ ਦਾਂਗੇ ਆਪਣੇ ਕੋਲ ਆਹ ਵਾਲਾ ਕੋਣ ਆ ਜਾਊਗਾ। ਆਪਾਂ ਨੂੰ ਬੇਟਾ ਇਸ ਚੀਜ਼ ਦੀ ਲੋੜ ਨਹੀਂ ਸੀ। ਆਹ ਵਾਲਾ ਕੋਣ ਪਤਾ ਕਰਨ ਲਈ COE ਪਤਾ ਕਰਨ ਲਈ ਆਪਾਂ ਨੂੰ 40 ਡਿਗਰੀ ਦੇ ਕੋਣ ਦੇ ਪਤਾ ਹੋਣ ਦੀ ਲੋੜ ਨਹੀਂ ਸੀ। ਪਰ ਚਲੋ ਜੇ ਦੇ ਰੱਖਿਆ ਤਾਂ ਆਪਾਂ ਥੋੜਾ ਜਿਹਾ ਧਿਆਨ ਨਾਲ ਕੁਐਸਚਨ ਕਰਨਾ ਸੀ। ਠੀਕ ਹੈ, ਤੇ ਤੁਸੀਂ ਕੀਤਾ ਵੀ ਹੋਣਾ ਬੇਟਾ ਧਿਆਨ ਨਾਲ, ਕਿਉਂਕਿ ਇਹ ਤਿੰਨੋਂ ਕੋਣ ਇੱਕ ਸਰਲ ਕੋਣ ਬਣਾਉਂਦੇ ਨੇ ਤੇ ਇਹਨਾਂ ਦੋਨਾਂ ਕੋਣਾਂ ਦਾ ਜੋੜ 70 ਡਿਗਰੀ ਹੈ। 180 ਵਿੱਚੋਂ 70 ਡਿਗਰੀ ਮਾਈਨਸ ਕਰਕੇ 110 ਡਿਗਰੀ ਆਉਂਦਾ ਹੈ। ਉਹ ਕਿਹੜਾ ਕੋਣ ਹੋਊਗਾ COE, मतलब डी ऑप्शन। ठीक है बेटा, नेक्स्ट चलते हैं सरल करो। बेटा देखो इतने फॉर्मूला लगूगा A प्लस B A माइनस B की फॉर्मूला होता है A स्क्वायर माइनस B स्क्वायर। A कितना हो गया 3, B कितना हो गया वर्गमूल 3, 3 दी घात 2 9 वर्गमूल 3 दी घात 2 3, 9 जो 3 गए 6। सी ऑप्शन बिल्कुल ठीक जवाब है। ठीक है बेटा, नेक्स्ट करते हैं आप। बेटा अपना नेक्स्ट क्वेश्चन है, एक क्रिकेट मैच विच एक महिला बल्लेबाज 30 गेंदा विचों 6 बार चौका मारती है, चौका ना मारे जाने की संभावना। देखो बेटा कितनियां गेंदा खेडिया गई 30, ਇਹਦਾ मतलब कुल परिणाम 30। चौका कितनी बार मारे 6 बार। ਆਪਾਂ ਨੂੰ ਪਤਾ ਕੀ ਕਰਨਾ ਹੈ ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ। ਇਹਦਾ ਮਤਲਬ 30 ਗੇਂਦਾਂ ਵਿੱਚੋਂ 6 ਵਾਰ ਤਾਂ ਚੌਕਾ ਲੱਗਿਆ ਸੀ ਤੇ ਚੌਕਾ ਜਦੋਂ ਨਹੀਂ ਲੱਗਿਆ ਉਹ ਕਿੰਨੀਆਂ ਗੇਂਦਾਂ ਸੀ 24। ਤੇ ਇਸ ਕਰਕੇ ਅਨੁਕੂਲ परिणाम 24 ਤੇ ਕੁੱਲ परिणाम 30। ਦੇਖੋ ਦੋਨੋਂ ਰਕਮਾਂ 6 ਦੇ ਭਾਰੇ ਦੀ ਕੱਟੀਆਂ ਜਾਂਦੀਆਂ 6 ਚੌਕਾ 24 6 5 30। ਇਸ ਲਈ B ਆਪਸ਼ਨ ਸਹੀ ਜਵਾਬ ਹੈ ਬੇਟਾ ਇਹਦਾ। ਠੀਕ ਹੈ, ਨੈਕਸਟ ਕੁਐਸਚਨ ਚੱਲਦੇ ਹਾਂ ਬੇਟਾ। ਇਹ ਧਿਆਨ ਨਾਲ ਤੁਸੀਂ ਦੇਖਣਾ ਹੈ, एक समचतुर्भुज आकार खेत विच 18 गावां नूं चराउण लई हरा घाह है। जे समचतुर्भुज की हरेक भुजा 30 मीटर है ते वड्डा विकर्ण 48 मीटर है, खेत दा खेत्रफल पता करो। देखो बेटा ਇਹਦੇ ਵਿੱਚ ਆਪਾਂ ਨੂੰ ਖੇਤ ਦਾ ਖੇਤਰਫਲ ਪੁੱਛਿਆ ਗਿਆ ਹੈ ਨਾ ਬੱਚਿਓ, ਖੇਤ ਦਾ ਖੇਤਰਫਲ ਪੁੱਛਿਆ ਗਿਆ। ਆਪਾਂ ਨੂੰ 18 ਗਾਵਾਂ ਨਾਲ ਹਰਾ ਘਾਹ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਆਪਾਂ ਸਿਰਫ ਆਪਣੇ ਕੁਐਸਚਨ ਵੱਲ ਧਿਆਨ ਦੇਣਾ ਹੈ। ਜੇ ਸਮਚਤੁਰਭੁਜ ਦੀ ਹਰੇਕ ਭੁਜਾ 30 ਮੀਟਰ ਹੈ ਤੇ ਵੱਡਾ ਵਿਕਰਨ 48 ਤੇ ਖੇਤ ਦਾ ਖੇਤਰਫਲ ਦੇਖੋ ਇਹਦੀ ਭੁਜਾ ਕਿੰਨੀ ਹੈ 30 ਮੀਟਰ। ਸਮਚਤੁਰਭੁਜ ਦੀ ਚਾਰੇ ਭੁਜਾਵਾਂ ਬਰਾਬਰ ਹੁੰਦੀ ਹੈ ਤੇ ਵੱਡਾ ਵਿਕਰਨ ਕਿੰਨਾ ਹੈ 48 ਮੀਟਰ। ਠੀਕ ਹੈ, ਤੇ ਹੁਣ ਆਪਣੇ ਕੋਲ ਦੇਖੋ ਆਪਾਂ ਸਮਚਤੁਰਭੁਜ ਦਾ ਖੇਤਰਫਲ ਕੱਢਣਾ ਹੈ। ਆਪਾਂ ਬੇਟਾ ਇੱਕ ਸਾਈਡ ਦਾ ਖੇਤਰਫਲ ਕੱਢਾਂਗੇ, ਉਹਨੂੰ 2 ਨਾਲ ਗੁਣਾ ਕਰ ਦਾਂਗੇ, ਆਪਣੇ ਕੋਲ ਪੂਰੇ ਸਮਚਤੁਰਭੁਜ ਦਾ ਖੇਤਰਫਲ ਆ ਜਾਏਗਾ। ਤੇ ਆਪਣੇ ਕੋਲ ਹੁਣ ਕੀ ਹੈ 3 ਭੁਜਾਵਾਂ ਦੇ ਰੱਖੀਆਂ, ਇਹਨਾਂ ਨੂੰ ਨਾਮ ਦੇ ਦਿੰਦੇ ਆ A B C D। ਹੁਣ ਆਪਾਂ A B C ਤ੍ਰਿਭੁਜ ਦਾ ਖੇਤਰਫਲ ਕੱਢਣ ਲੱਗੇ ਆ। ਠੀਕ ਹੈ, ਤੇ ਤਿੰਨੇ ਭੁਜਾਵਾਂ ਦੇ ਰੱਖੀ, ਕਿਹੜਾ ਫਾਰਮੂਲਾ ਲੱਗ ਜਾਊਗਾ ਹੀਰੋ ਸੂਤਰ ਹੈ ਨਾ ਬੇਟਾ। ਹੀਰੋ ਸੂਤਰ ਲਈ A ਕਿੰਨਾ ਹੋ ਗਿਆ 30, B ਕਿੰਨਾ ਹੋ ਗਿਆ 30 ਤੇ C ਕਿੰਨਾ ਹੋ ਗਿਆ 48। ਪਹਿਲਾਂ ਆਪਾਂ ਇਸ ਪਤਾ ਕਰਾਂਗੇ 30 + 30 + 48 ਬਟਾ 2 ਕਿੰਨਾ ਬਣ ਗਿਆ ਬੇਟਾ 60 ਤੇ 48 108 ਕੱਟ ਕੇ ਕਿੰਨਾ ਆ ਗਿਆ 54। ਹੁਣ ਆਪਾਂ ਖੇਤਰਫਲ ਪਤਾ ਕਰਾਂਗੇ। ਤ੍ਰਿਭੁਜ ਦਾ ਖੇਤਰਫਲ ਕੀ ਫਾਰਮੂਲਾ ਹੁੰਦਾ ਹੈ S S - A S - B S - C। S कितना है 54। ठीक है, 54 - 30 फिर 54 - 30 फिर 54 - 48। ठीक है बेटा, 54 तो 30 गए 24 फिर 24 ਤੇ ਇੱਥੇ ਕਿੰਨਾ ਆ ਗਿਆ ਆਪਣੇ ਕੋਲ 6। ठीक है बेटा, ਹੁਣ ਦੇਖੋ ਆਪਾਂ ਬਾਹਰ ਕੱਢਣੀ ਹੈ ਗੁਣਨਖੰਡ ਬਣਾ ਕੇ ਹੈ ਨਾ। 54 ਨੂੰ ਆਪਾਂ ਲਿਖ ਸਕਦੇ ਹਾਂ 9 × 6 ਜਾਂ 3 × 9 9 × 6 54 है ना बेटा। 3 × 9 9 × 6 54 फिर 24 × 24 इतने की अपने को 6। देखो एक 3 बाहर आ रहा है
एक 6 बाहर आऊगा तो एक 24 बाहर आऊगा। की आया 3 6 24। ठीक है बेटा, 3 6 24 कितना बनूगा इन्हां नूं गुणा करके 432 मीटर की घात 2। हुण बेटा ये अपने कोल आया है सिर्फ इस वाले त्रिभुज का क्षेत्रफल है ना बच्चों। आपां कढना सी पूरे चतुर्भुज का क्षेत्रफल ते की करांगे, ये डबल हो जाएगा। क्यों डबल होगा बेटा, आ देखो ये जड़ियां त्रिभुजा दोनों बननगियां सर्वांगसम बननगियां। ठीक है, दोनों त्रिभुजा बिल्कुल इक्को वर्गियां होणगियां, सर्वांगसम त्रिभुजा होणगियां, जिहदे करके आ देखो बेटा आ दोनों भुजावां बराबर होगी है ना, ये भुजावां बराबर होगी, आ सांझी होगी, दोनों त्रिभुजा की बन जाएंगी सर्वांगसम। आ देखो बेटा एस एक आ वाली भुजा से एक आ वाली त्रिभुज से एक आ वाली त्रिभुज से ਇਹਦੇ ਵਿੱਚ ਆ ਵਾਲੀ ਭੁਜਾ ਇਸ ਭੁਜਾ ਦੇ ਬਰਾਬਰ ਹੋ ਗਈ, ਆ ਵਾਲੀ ਭੁਜਾ ਇਸ ਭੁਜਾ ਦੇ ਬਰਾਬਰ ਤੇ ਆ ਵਾਲੀ ਸਾਂਝੀ ਭੁਜਾ। एस नियम द्वारा त्रिभुजा की होईयां सर्वांगसम हो गया। जे सर्वांगसम हो गया तो दोनों के क्षेत्रफल बिल्कुल बराबर होणगे है ना, बराबर होणगे ते जिन्ना क्षेत्रफल ਇਹਦਾ उन्ना ही ਇਹਦਾ होगा। ਇਹਦਾ कितना आया 432 ਤੇ ਇਹਦਾ भी कितना होएगा 432। ਇਹ ਦੋ ਨਾਲ ਗੁਣਾ ਕੀਤੀ ਆਪਾਂ 432 ਨੂੰ, मतलब ਤੇ कितना बन गया अपने कोल 864 मीटर की घात 2। इसलिए अपना बी ऑप्शन बिल्कुल सही जवाब है। ठीक है बेटा, तो बेटा इस तरह आप सारे क्वेश्चन की डिस्कशन कर चुके हैं। ठीक है, तो हुण तुहानूं आइडिया हो गया होना है कि थोड़े किन्ने मार्क्स आ जाएंगे है ना बच्चों। चलो उम्मीद है बेटा थोड़े सारिਆਂ ਦੇ अच्छे ही मार्क्स होंगे। ओके बेटा, थैंक यू।